ऑब्जेक्शन थी साडी कि ਜਿਹੜੇ ਫੰਡ ਵਧਾ ਰਹੇ ਔਰ ਉਹਦੇ ਚ ਵੀ ਮੈਨੂੰ ਲੱਗਦਾ ਫੰਡ ਵਧਾਣੇ ਤੋਂ ਜ਼ਿਆਦਾ ਆਬਜੈਕਸ਼ਨ ਇਹ ਥੀ ਕਿ ਟ੍ਰਾਂਸਪੇਰੈਂਸੀ ਵੀ ਜੇ ਫੰਡ ਵਧਾਣੇ ਆ ਜਾਂ ਘਟਾਣੇ ਸਾਨੂੰ ਪਤਾ ਤਾਂ ਹੋਵੇ ਨਾ। ਬਹੁਤ ਸਹੀ ਟ੍ਰਾਂਸਪੇਰੈਂਸੀ। ਮੈਕਸਿਮਮ ਲੋਕਾਂ ਨਾਲ ਜਿਹੜੀ ਮੇਰੀ ਪਰਸਨਲ ਵੀ ਗੱਲ ਹੋਈ ਉਹ ਕਹਿੰਦੇ ਸਾਨੂੰ ਇਸ ਚੀਜ਼ ਦੀ ਦਿੱਕਤ ਨਹੀਂ 80 ਪੈਸੇ ਦਾ 1 ਰੁਪਿਆ ਕਿਉਂ ਕਰਿਆ, ਲੇਕਿਨ ਸਾਨੂੰ ਪਤਾ ਤਾਂ ਲੱਗੇ 80 ਪੈਸੇ ਦਾ 1 ਰੁਪਿਆ ਕਰਿਆ ਕਿਉਂ। ਟ੍ਰਾਂਸਪੇਰੈਂਸੀ। ਸੈਕੰਡ ਆਬਜੈਕਸ਼ਨ ਦੀ ਸਾਡੀ ਵੀ ਸਰਵਿਸਿਜ਼ ਜਿਹੜੀਆਂ ਹੈ ਉਹ ਪੂਅਰ ਹੈ ਕਈ ਜਗ੍ਹਾ, ਐਗਜ਼ੈਕਟਲੀ ਸਾਰੀ ਜਗ੍ਹਾ ਨਹੀਂ, ਕੁਝ ਚੀਜ਼ਾਂ 'ਚ ਇੰਪਰੂਵਮੈਂਟ ਚਾਹੀਦੀ। ਔਰ ਉਸ ਤੋਂ ਵੀ ਬੜੀ ਆਬਜੈਕਸ਼ਨ ਜਿਹੜੀ ਮੈਨੂੰ ਮੈਕਸਿਮਮ ਲੋਕਾਂ ਤੋਂ ਮਹਿਸੂਸ ਹੋਈ ਹੈ ਇੱਥੇ ਕਿ ਜੀ ਸਾਡੀ ਸੁਣਵਾਈ ਨਹੀਂ ਹੁੰਦੀ, ਆਫਿਸ 'ਚ ਕੋਈ ਆਦਮੀ ਸਹੀ ਤਰੀਕੇ ਨਾਲ ਟ੍ਰੀਟ ਨਹੀਂ ਕਰਦਾ, ਸਹੀ ਸੁਣਵਾਈ ਨਹੀਂ ਹੁੰਦੀ। ਮੈਨੂੰ ਨਹੀਂ ਲੱਗਦਾ ਇਸ ਤੋਂ ਇਲਾਵਾ ਆਪਣੀ ਪੂਰੀ ਸੁਸਾਇਟੀ 'ਚ ਕੋਈ ਹੋਰ ਆਬਜੈਕਸ਼ਨ। ਸਰ ਜਰਵਾ ਜੋ ਫਾਰਮ ਹੋਈ ਸੀਗੀ ਨਾ ਉਹ ਬੇਸਿਕਲੀ ਇੱਕ ਕੰਸਰਨ ਤੋਂ ਫਾਰਮ ਹੋਈ ਸੀਗੀ ਵੀ ਜਿਹੜੀ ਕਾਮਨ ਫੈਸਿਲਿਟੀਜ਼ ਹੈ ਉਹ ਇਨਕਲੂਡ ਨਹੀਂ ਕੀਤੀਆਂ ਗਈਆਂ, ਤਾਂ that was also a part of transparency। ਨਹੀਂ, this is coming under transparency ਕਿਉਂਕਿ ਮੇਨਟੇਨੈਂਸ ਜੇ ਅਸੀਂ ਦਿੰਦੇ ਹਾਂ ਤਾਂ ਅਸੀਂ ਕਿਹਦੀ ਦੇ ਰਹੇ ਹਾਂ, ਅਸੀਂ ਸਿਰਫ ਘਰ ਦੀ ਦੇ ਰਹੇ ਹਾਂ ਜਾਂ ਪੂਰੀ ਸੋਸਾਇਟੀ ਦੀ ਦੇ ਰਹੇ ਹਾਂ। ਐਂਡ ਇਫ ਜੇ ਸਿਰਫ ਘਰ ਦੀ ਦੇ ਰਹੇ ਹਾਂ ਤਾਂ ਉਹਨਾਂ ਸਾਰਿਆਂ ਦਾ ਖਰਚਾ ਸਾਡੇ ਉੱਪਰ ਕਿਉਂ ਪਾਇਆ ਜਾ ਰਿਹਾ। ਜੇ ਉਹਦੀ ਇਨਕਮ ਅਲੱਗ ਜਾ ਰਹੀ ਹੈ ਤਾਂ that has to be covered। ਉਹਦੇ 'ਚ ਦਿਖਾਣਾ ਚਾਹੀਦੀ ਹੈ, ਇਨਕਮ ਸ਼ੋ ਕਰਨੀ ਚਾਹੀਦੀ ਹੈ। ਜੇ ਇਨਕਮ ਆਈ ਹੈ ਤਾਂ everyone can use। ਇਹ ਮੇਰੇ ਪਹਿਲੇ ਦਿਨ ਤੋਂ ਫਸਟ ਕੰਸਰਨ ਇਹ ਸੀਗਾ, ਤਾਂ ਇਹ ਚਾਰ ਚੀਜ਼ਾਂ ਹੈ। ਚਾਰ ਚੀਜ਼ਾਂ ਬਿਲਕੁਲ ਜੀ। मेरे ख्याल अंकल जी इस तो इलावा तो अपनी कोई ऑब्जेक्शन नहीं और ये कॉमन कॉज है। और मैनू ये भी लगता है कि अपने चों जिन्ना क मैं समझदा क्योंकि तरुण वार्षने जी नाल भी मेरी उठ बैठ थोड़ी बहुत ठीक ठाक, थोड़े नाल काफ़ी अच्छी तरह, हाँ सारे नाल है, ठीक है ना। तिमान अंकल नाल बहुत क्लोज रिलेशनशिप है। मैनू नहीं लगता अपने चों एक सिंगल आदमी भी, मैं उस दिन भी ये गल कही थी भी इस सोसाइटी च ना दो चीज़ां बहुत खास हैं। एक तो ये सोसाइटी बहुत अच्छी है, इत्थे दा एनवायरनमेंट च पॉजिटिविटी और शायद वो पॉजिटिविटी का कारण इंफ्रास्ट्रक्चर तो ज़्यादा यह है कि इत्थे दे रेजिडेंट्स बहुत अच्छे हैं, मतलब एक दूए नूं देख के खिले मत्थे मिलते हैं। राइट। मैं बांसल साहब नूं उस दिन भी यही गल कही थी, मैं कहा जी जिहड़ी तुसीं अज मीटिंग कर रहे हैं इहदे नाल लोकां दे मन च ना एक इमेज चली जांदी। अज उन्हां नाल भी गल यही हुई तुहाडे अपने, मैं तो अज उन्हां नूं जिंदगी च पहली बार मिलिया मिसिस टिवाना नाल। अच्छा जी। मैं उन्हां नूं मैनूं पता ही नहीं भी ये भी इत्थे रहंदे और उन्हां नूं ये नहीं पता मैं भी इत्थे रहंदा, कदे असीं आपस च नहीं मिले। अज गए उन्हां दे घर तां मैं कहा आंटी एक्चुअल च क्या हो रहा है, ਅਸੀਂ ਨਾ ਇੱਕ ਦੂਏ ਨੂੰ ਜਾਣਦੇ ਨਹੀਂ, ਅਸੀਂ ਇੱਕ ਦੂਏ ਨੂੰ ਇੱਕ ਦੂਏ ਦੇ ਥਰੂ ਜਾਣਦੇ ਹਾਂ। ਕੋਈ ਕਿਸੇ ਬਾਰੇ ਦੱਸਦਾ, ਕੋਈ ਕਿਸੇ ਬਾਰੇ ਦੱਸਦਾ। ਅਸੀਂ ਫਸਟ ਟਾਈਮ ਦੇਖਿਆ, ਉਹੀ ਕਹਿ ਰਹੇ ਨਾ ਜੀ, ਜਦ ਆਪਾਂ ਕਿਸੇ ਦੇ ਥਰੂ ਜਾਣਦੇ ਹੁੰਦੇ ਨਾ ਜੀ ਤਾਂ ਕੁਝ ਪੇਂਟ ਹੋ ਕੇ ਮਿਲਦਾ ਬੰਦਾ, ਉਹਦੀ ਸ਼ਕਲ ਕੁਝ ਹੋਰ ਹੁੰਦੀ ਹੈ, ਕੁਝ ਪੇਂਟ, ਕਿਉਂਕਿ ਹਰ ਇੱਕ ਆਦਮੀ ਦੀ ਆਬਜ਼ਰਵੇਸ਼ਨ ਹੈ ਨਾ ਉਹ ਆਪਣੇ ਨਾਲ ਜੋੜ ਦਿੰਦਾ। ਬਹੁਤ ਸਹੀ। ਮੈਨੂੰ ਇਹ ਲੱਗਦਾ ਆਪਣੀ ਸੁਸਾਇਟੀ 'ਚ ਇੱਕ ਵੀ ਸਿੰਗਲ ਆਦਮੀ ਐਸਾ ਨਹੀਂ ਹੋਏਗਾ ਜਿਹੜਾ ਇਸ ਤਰ੍ਹਾਂ ਦੀ ਕਿਸੇ ਪੋਸਟ ਵਾਸਤੇ ਐਂਬੀਸ਼ੀਅਸ ਹੈ। हर एक आदमी के कंसर्न ये है कि ये स्मूथ रनिंग हो, सही है गलत है, फंक्शंस बढ़िया चल, फंक्शन बढ़िया चल। ਆਪਾਂ ਇਸ ਟਾਈਮ ਜੋ ਸਾਨੂੰ ਚਾਹੀਦਾ ਆਪਾਂ ਕਿਸੇ ਲੀਗਲ ਪ੍ਰੋਸੈਸ 'ਚ ਨਾ ਜਾਈਏ ਬਈ ਜੀ ਐਸਡੀਐਮ ਕਿਆ ਕਹਿੰਦਾ ਹੈ, ਕਾਨੂੰਨ ਕਿਆ ਕਹਿੰਦਾ ਹੈ। ਮੈਂ ਉਸ ਦਿਨ ਵੀ ਇਹੀ ਗੱਲ ਕਹੀ ਸੀ, ਐਸਡੀਐਮ ਨੂੰ ਕਿਆ ਪਿਆ ਹੈ, ਐਸਡੀਐਮ ਕਿਉਂ ਕੰਸਰਨ ਹੋਏਗਾ। ਐਸਡੀਐਮ ਦੇ ਉੱਪਰ ਤਾਂ ਜਿਹੜਾ ਗੋਡਾ ਰੱਖ ਦੇਗਾ, ਆਪਾਂ 20 ਬੰਦੇ ਇਕੱਠੇ ਹੋ ਕੇ ਉਹਦੇ ਹਾਏ ਹਾਏ ਕਰਨ ਲੱਗ ਜਾਊਗਾ, ਉਹਨੂੰ ਮਜਬੂਰੀ 'ਚ ਇਨਵੋਲਵ ਹੋਣਾ ਪੈਣਾ, ਅਦਰਵਾਈਜ਼ ਉਹ ਕਿਉਂ ਕਰੇਗਾ। ਭਾਜੀ ਮੈਂ ਇੰਟਰਰਪਟ ਕਰਾਂ ਥੋੜਾ। ਦੇਖੋ ਸਰ ਜਿਹੜੀ ਗੱਲ ਤੁਸੀਂ ਕਹੀ ਨਾ, ਅਸੀਂ ਕਦੀ ਨਹੀਂ ਗਏ ਕਿਸੇ ਕੋਲ ਵੀ। ਪਹਿਲੀ ਗੱਲ ਜਦ ਇਸ਼ੂ ਸਟਾਰਟ ਹੋਇਆ ਸੀਗਾ ਰਾਣਾ ਜੀ, ਮੈਂ ਗਿਵ ਮੀ 2 ਮਿੰਟਸ ਸਰ, ਗਿਵ ਮੀ 2 ਮਿੰਟਸ ਪਲੀਜ਼। ਮਤਲਬ ਮੈਂ ਉਸ ਤੋਂ ਬਾਅਦ ਚ ਚੁੱਪ ਕਰ ਜਾਊਂਗਾ। ਜਦ ਇਹ 2015 'ਚ ਮੁੱਦਾ ਸਟਾਰਟ ਹੋਇਆ ਸੀਗਾ, ਸਵਿਮਿੰਗ ਪੂਲ ਤੋਂ ਸਟਾਰਟ ਹੋਇਆ ਸੀਗਾ। ਇਸ ਗੱਲ ਨੂੰ ਜੇ ਅਸੀਂ ਰੇਜ਼ ਕੀਤਾ ਸੀਗਾ, ਇਸ ਗੱਲ ਨੂੰ ਪੁਲਿਸ ਸਟੇਸ਼ਨ ਕੌਣ ਲੈ ਕੇ ਗਿਆ ਸੀਗਾ? ਮਿਸਟਰ ਬੰਸਲ। ਅੱਛਾ, ਛੱਡ ਦਿਓ ਉਹ ਗੱਲ, ਪੁਰਾਣੀ ਹੋ ਗਈ, ਠੀਕ ਹੈ। ਇਸ ਤੋਂ ਬਾਅਦ ਚੋਂ ਇਹਨਾਂ ਨੇ ਹੁਣ ਲੜਾਈ ਕੀਤੀ, ਇਹਨਾਂ ਨੇ ਲੜਾਈ ਕਰਕੇ ਓਵਰਆਲ ਮੁੱਦਾ ਉੱਥੇ ਚੱਕ ਲਿਆ। ਉਸ ਤੋਂ ਬਾਅਦ ਚੋਂ ਇਸ ਮੁੱਦੇ ਨੂੰ ਕੌਣ ਐਸਡੀਐਮ ਕੋਲ ਲੈ ਕੇ ਗਿਆ ਸਰ? ਕੌਣ ਲੈ ਕੇ ਗਿਆ? ਫਿਰ ਮਿਸਟਰ ਬੰਸਲ। ਐਗਜ਼ੈਕਟਲੀ। ਸੋ ਵੀ ਨੈਵਰ, ਨਾਈਦਰ ਇਹਨਾਂ ਵੱਲੋਂ ਨਾ ਹੀ ਤਾਂ ਸਾਡੀ ਵੱਲੋਂ, ਅਸੀਂ ਇਸ ਚੀਜ਼ ਨੂੰ ਕਦੀ ਵੀ ਚਾਰ ਦੀਵਾਰੀ ਤੋਂ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਕੌਣ ਲੈ ਕੇ ਗਿਆ ਹੈ? ਮਿਸਟਰ ਬੰਸਲ। ਉਹ ਜਿਹੜਾ ਬਾਹਰ ਜਾ ਕੇ ਫਿਰ ਅੰਦਰ ਗੱਲਾਂ ਕਰਦੇ ਆ, ਪਹਿਲਾਂ ਹੀ ਬੈਠ ਕੇ ਗੱਲਾਂ ਕਰ, ਕਿਉਂ ਘਰ ਬੈਠ ਕੇ ਕਿਉਂ ਨਹੀਂ ਕਰ ਸਕਦੇ ਸੀਗੇ? ਜੇ ਭਾਈਚਾਰਾ ਮੇਨਟੇਨ ਰੱਖਣਾ ਹੈ, ਤੁਸੀਂ ਬਾਹਰ ਜਾ ਕੇ ਧਮਕੀਆਂ ਦਵਾ ਕੇ ਉਸ ਤੋਂ ਬਾਅਦ ਚੋਂ ਬੜੀ ਗੱਲਾਂ ਕਰਨੇ ਕੇ ਬਾਅਦ ਚੋਂ ਫਿਰ ਤੁਸੀਂ ਭਾਈਚਾਰੇ ਦੀ ਗੱਲਾਂ ਕਰਦੇ ਆ। ਭਾਈਚਾਰਾ ਮੇਨਟੇਨ ਰੱਖੋ ਨਾ ਸਰ। ਦੇਖੋ ਫਿਰ ਤੂੰ ਮੈਂ ਚੰਗੀ ਥੋੜੀ ਲੱਗਦੀ ਹੈ। ਮੈਨੂੰ ਰਾਣਾ ਜੀ ਇਹਨਾਂ ਚੀਜ਼ਾਂ ਦਾ ਬਿਲਕੁਲ ਨਹੀਂ ਪਤਾ, ਮੈਨੂੰ ਤਾਂ ਉਹ ਵਾਲਾ ਵੀ ਨਹੀਂ ਪਤਾ। ਮੈਂ ਤੁਹਾਨੂੰ ਦੱਸਿਆ ਹੈ। ਆਹੋ ਤੁਸੀਂ ਦੱਸਤਾ, ਮੈਂ ਮੰਨ ਲਈ ਗੱਲ। ਨਹੀਂ ਤੁਹਾਡੀ ਵੀ ਨੌਲੇਜ ਹੈ। ਨਹੀਂ ਮੇਰੀ ਨੌਲੇਜ ਨਹੀਂ। ਨਹੀਂ ਜੋ ਮੇਰੇ ਨਾਲ ਕੇਸ ਕੀਤਾ ਹੈ ਪੁਲਿਸ ਸਟੇਸ਼ਨ ਲੈ ਕੇ ਗਿਆ ਨਾ, ਮੈਨੂੰ ਨਹੀਂ ਪਤਾ, ਬਾਈ ਗੋਡ ਨਹੀਂ ਪਤਾ, ਮੈਂ ਕਿਉਂ ਝੂਠ ਬੋਲੂੰਗਾ। ਚੌਧਰੀ ਸਾਹਿਬ ਨੂੰ ਪਤਾ ਹੈ, ਚੌਧਰੀ ਸਾਹਿਬ ਤਾਂ ਉੱਥੇ ਪੁਲਿਸ ਸਟੇਸ਼ਨ 'ਚ ਇਹੀ ਹਾਜ਼ਰੀ ਦਿੰਦੇ ਰਹੇ ਉਹਨਾਂ ਦੀ ਜਗ੍ਹਾ। ਸਰ ਮੈਂ ਕੋਈ ਗੱਲ ਝੂਠ ਗਈ? ਐਸਡੀਐਮ ਕੋਲ ਕੌਣ ਲੈ ਕੇ ਗਏ? ਬੰਸਲ ਸਾਹਿਬ ਲੈ ਕੇ ਗਏ, ਅਸੀਂ ਲੈ ਕੇ ਗਏ। ਮੈਨੂੰ ਭਾਜੀ ਮੇਰੀ ਗੱਲ 'ਚ ਹਾਮੀ ਤਾਂ ਭਰ ਦਿਓ, ਮੈਂ ਕੋਈ ਗਲਤ ਗੱਲ ਕਹੀ? ਭਾਜੀ ਹਾਮੀ ਭਰੋ, ਪਹਿਲਾਂ ਹਾਮੀ ਭਰੋ, ਫਿਰ ਮੈਂ ਸੁਣ ਲਊਂਗਾ ਤੁਹਾਡੀ। ਬੰਸਲ ਸਾਹਿਬ ਵੀ ਲੈ ਕੇ ਗਏ।
ਬਸ ਖਤਮ। ਗੱਲ ਸੁਣੋ, ਹੁਣ ਤੁਸੀਂ ਆਪਣੀ ਗੱਲ ਕੰਟੀਨਿਊ ਕਰ ਲਓ, ਫਿਰ ਇਹਨਾਂ ਦੀ ਸੁਣ ਲੈਂਦੇ ਪਹਿਲਾਂ। क्या कह रहे हैं? ਦੇਖੋ ਹਾਂ। ਗੱਲ ਆ ਕਿ ਦੇਖੋ ਜਿਹੜਾ ਤੁਹਾਡੇ ਨਾਲ ਪਹਿਲਾਂ ਉਹ ਹੋਇਆ ਸੀ ਖਾਣਾ ਖੁਣਾ, ਇਹ ਤੇ ਮੈਨੂੰ ਵੀ ਅੱਜ ਤੱਕ ਨਹੀਂ ਪਤਾ ਸੀ ਜਦੋਂ ਤੁਹਾਡੇ ਨਾਲ ਮਿਲਿਆ। ਮੈਨੂੰ ਉਦੋਂ ਤੁਸੀਂ ਸਟੋਰੀ ਦੱਸੀ ਕੀ ਹੋਇਆ ਨਾ, ਮੈਂ ਦੱਸਿਆ। ਕਈਆਂ ਨੂੰ ਨਹੀਂ ਪਤਾ ਸੀਗਾ ਉਹ। ਬਿਲਕੁਲ ਮੈਂ ਦੱਸਿਆ ਵੀ ਨਹੀਂ ਕਿਸੇ ਨੂੰ। ਇਹ ਵਾਲਾ ਜਿਹੜਾ ਕੇਸ ਹੈ ਬੰਸਲ ਸਾਹਿਬ ਕਿਉਂ ਐਸਡੀਐਮ ਕੋਲ ਲੈ ਗਏ? ਕਿਉਂਕਿ ਉਹਨਾਂ ਸੁਸਾਇਟੀ ਹੈਂਡਓਵਰ ਕਰਨੀ ਸੀ। ਬਹੁਤ ਸਹੀ ਗੱਲ। ਹੈਂਡਓਵਰ ਵੀ ਸੁਸਾਇਟੀ ਉਹਨੇ ਕਰਨੀ ਹੈ ਐਸਡੀਐਮ ਨਹੀਂ ਲੇਕਿਨ ਆਪਾਂ ਫਿਰ ਉੱਥੇ ਹੀ ਪਹੁੰਚ ਗਏ। ਹਾਂ ਅਸੀਂ ਬੰਸਲ ਮੈਂ ਇਹਨਾਂ ਦੀ ਗੱਲ ਦਾ ਜਵਾਬ ਦਿੱਤਾ ਹੈ। ਇਹ ਉਹਨਾਂ ਦਾ ਆਬਜੈਕਸ਼ਨ ਬੰਸਲ ਸਾਹਿਬ ਨਾਲ ਹੈ। ਸੁਣੋ ਮੇਰੀ ਗੱਲ, ਹਾਂ ਆਪਾਂ ਪਹਿਲਾਂ ਤਾਂ ਇੱਕ ਸਾਈਡ ਆਈਏ ਨਾ ਜੀ ਸਾਰੇ। ਬਿਲਕੁਲ। ਚਾਹੇ ਦੇਖੋ ਗੱਲ ਇਹਨਾਂ ਨੂੰ ਸਾਡੀ ਬਾਤ ਚ ਨਾ ਜੱਚੀ ਜਾਂ ਸਾਨੂੰ ਇਹਨਾਂ ਦੀ ਨਾ ਜੱਚੇ, ਉਹ ਅਲੱਗ ਗੱਲ ਹੈ। ਉਹ ਅਸੀਂ ਆਪਸ ਘਰ ਚ ਬੈਠੇ ਡਿਫਰੈਂਸ ਆਫ ਓਪੀਨੀਅਨ ਹੋ ਸਕਦੇ, ਲੇਕਿਨ ਜਿੱਥੇ ਬਿਲਡਰ ਦੀ ਔਰ ਰੈਜ਼ੀਡੈਂਟਸ ਦੀ ਗੱਲ ਹੋ ਰਹੀ ਹੈ Exactly. ਉੱਥੇ ਆਪਾਂ ਸਾਰੇ ਇੱਕ ਹੈ। ਮੋਟੀ ਜੀ ਗੱਲ ਮੈਂ ਉਸ ਦਿਨ ਵੀ ਇਹੀ ਗੱਲ ਕਹੀ। ਤੁਸੀਂ ਉੱਥੇ ਕਿਹਾ ਜੀ ਤੁਹਾਨੂੰ ਅਸੀਂ ਪ੍ਰਧਾਨ ਬਣਾ ਦਿੰਦੇ ਹਾਂ ਜਾਂ ਵਾਈਸ ਪ੍ਰੈਜ਼ੀਡੈਂਟ, ਮੈਂ ਕਿਹਾ ਜੀ ਮੈਂ ਨਹੀਂ ਬਣਨਾ। ਤੁਸੀਂ ਕਿਹਾ ਮੈਂਬਰ ਰਹਿ ਜਾਊਂਗਾ, ਮੈਂ ਕਿਹਾ ਮੈਂਬਰ ਰਹਿ ਜਾਊਂਗਾ, ਲੇਕਿਨ ਝੰਡਾ ਨਹੀਂ ਚੱਕਣੇ ਵਾਸਤੇ ਮੈਂ ਤਿਆਰ। ਬਹੁਤ ਸਹੀ ਕੋਈ ਗੱਲ। ਕੰਸਟਰਕਟਿਵ ਕੰਮ ਹੈ। ਔਰ ਅੱਜ ਵੀ ਮੈਂ ਜੇ ਤੁਹਾਡੇ ਕੋਲ ਬੈਠਾ ਹਾਂ ਤਾਂ ਸਿਰਫ ਇਹਦਾ ਕਾਰਨ ਇਹੀ ਹੈ, ਪਤਾ ਨਹੀਂ ਇਹ ਗੱਲ ਆਪਣੀ ਸਿਰੇ ਚੜ੍ਹਨੀ ਨਹੀਂ ਚੜ੍ਹਨੀ, ਆਪਣੀ ਨੀਅਤ ਸਿਰਫ ਇੱਕ ਹੈ, ਕੋਈ ਵੀ ਕਾਰਨ ਬਣੇ ਰੈਜ਼ੀਡੈਂਟਸ ਦੇ ਅੰਦਰ ਆਪਸ 'ਚ ਕਨਫਲਿਕਟ ਨਹੀਂ ਆਉਣਾ ਚਾਹੀਦਾ। ਤੁਸੀਂ ਇੱਕ ਮੈਸੇਜ ਪਾਇਆ, ਗੁੱਸੇ 'ਚ ਪਾਇਆ ਕਿ ਜੀ ਉਹਨਾਂ ਨੇ 9 ਆਦਮੀ ਇਹੋ ਜਿਹੇ ਚੂਜ਼ ਕਰ ਲਏ ਜਿਹੜੇ ਉਹਨਾਂ ਦੀ ਫੇਵਰ ਦੇ। ਨਹੀਂ ਮੈਂ ਗੁੱਸੇ 'ਚ ਨਹੀਂ ਪਾਇਆ ਸਰ, ਪੂਰੇ ਹੋਸ਼ੋ ਹਵਾਸ 'ਚ ਪਾਇਆ, ਜਿਸ ਤਰ੍ਹਾਂ ਵੀ ਪਾਇਆ, ਕੋਈ ਲੇਕਿਨ ਗੁੱਸਾ ਨਹੀਂ ਹੈ। ਉਹ ਪੜ੍ਹ ਕੇ ਮੇਰੀ ਵਾਈਫ ਨੂੰ ਬੁਰਾ ਲੱਗਿਆ। ਮੈਂ ਕਿਹਾ ਵੀ ਤੂੰ ਬੁਰਾ ਕਿਉਂ ਮਨਾਉਂਦੀ ਇਸ ਗੱਲ ਦਾ? ਜਦ ਕੋਈ ਆਦਮੀ ਕਿਸੇ ਤਰ੍ਹਾਂ ਦੇ ਕਨਫਲਿਕਟ ਹੁੰਦੇ ਆ ਤਾਂ ਬਹੁਤ ਸਾਰੀ ਦਿਮਾਗ ਦੇ ਵਿੱਚ ਇਮੇਜਿਨੇਸ਼ਨਸ ਹੁੰਦੀਆਂ, ਔਰ ਉਹ ਇਮੇਜਿਨੇਸ਼ਨਸ ਹਰ ਵਾਰ ਸਹੀ ਹੋਵੇ ਵੀ ਜ਼ਰੂਰੀ ਨਹੀਂ, ਗਲਤ ਵੀ ਨਹੀਂ ਹੁੰਦੀਆਂ, ਕਈ ਵਾਰ ਠੀਕ ਵੀ ਹੁੰਦੀਆਂ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਤੁਹਾਨੂੰ ਪਤਾ ਹੋਏਗਾ, ਤੁਹਾਡੇ ਵੀ ਨੋਟਿਸ 'ਚ ਪੱਕਾ ਹੋਏਗਾ ਕਿ ਮੇਰਾ ਪੁਲਿਸ ਕੇਸ ਬਣਿਆ ਤਾਂ। ਅਗਰ ਹੁਣ ਤੁਸੀਂ ਇਸ ਚੀਜ਼ ਨੂੰ ਚਾਹੇ ਮੰਨ ਲਓ ਚਾਹੇ ਨਾ ਮੰਨ ਲਓ, ਮੈਨੂੰ ਬਿਲਕੁਲ ਨਹੀਂ ਪਤਾ। ਮੈਨੂੰ ਬਿਲਕੁਲ ਨਹੀਂ ਪਤਾ ਇਸ ਚੀਜ਼ ਦਾ, ਹੋ ਸਕਦਾ। ਔਰ ਮੋਰ ਓਵਰ ਮੈਂ ਤੁਹਾਨੂੰ ਇੱਕ ਗੱਲ ਹੋਰ ਹੈਰਾਨੀ ਦੀ ਦੱਸਦਾ ਜੀ, ਇਹਨਾਂ ਦੀ ਲੜਾਈ ਦਾ ਵੀ ਮੈਨੂੰ ਉਸ ਵੀਡੀਓ ਤੋਂ ਪਹਿਲਾਂ ਨਹੀਂ ਪਤਾ। ਇਹ ਹੁਣ ਤੁਸੀਂ ਯਕੀਨ ਮੰਨੋ ਚਾਹੇ ਨਾ ਮੰਨੋ, ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਸਰ। ਅਸੀਂ ਪ੍ਰੋਪਾਗੈਂਡਾ ਕਦੀ ਕੀਤਾ ਹੀ ਨਹੀਂ ਨਾ, ਪਤਾ ਹੀ ਨਹੀਂ। ਔਰ ਮੈਂ ਤੁਹਾਨੂੰ ਉਸ ਦਿਨ ਵੀ ਓਪਨਲੀ ਇੱਕ ਗੱਲ ਕਹੀ ਸੀ, ਮੈਂ ਕਿਹਾ ਜੀ ਮੈਨੂੰ ਰਾਣਾ ਜੀ ਬੜੀ ਅਜੀਬ ਗੱਲ ਲੱਗੀ, ਕਿਉਂਕਿ ਮੈਨੂੰ ਨਾ ਤੁਹਾਡੇ 'ਚ ਇੱਕ ਬੜਾ ਮੈਚਿਓਰ ਪਰਸਨ ਨਜ਼ਰ ਆਉਂਦਾ। ਜਿੰਨੀ ਕੁ ਵਾਰ ਮੈਂ ਤੁਹਾਨੂੰ ਮਿਲਿਆ ਤੁਸੀਂ ਬਹੁਤ ਮੈਚਿਓਰ ਗੱਲ ਕਰਦੇ। ਮੈਂ ਕਿਹਾ ਤੁਸੀਂ ਉਸ ਗਰੁੱਪ ਨੂੰ ਕਿਸ ਤਰ੍ਹਾਂ ਛੱਡ ਗਏ? ਕਿਸ ਗਰੁੱਪ ਨੂੰ? ਉਸ ਦਿਨ ਤੁਹਾਨੂੰ ਮੈਂ ਕਿਹਾ ਥਾ ਵੀ ਜਦੋਂ ਉਹਨੇ ਆਬਜੈਕਸ਼ਨ ਕਰੀ ਸੰਦੀਪ ਨੇ ਕਿ ਬਈ ਤੁਸੀਂ ਤਾਂ ਮੇਨ ਆਦਮੀ ਥੇ। ਅੱਛਾ, ਉਸ ਗਰੁੱਪ 'ਚ ਨਾ, ਚਲੋ ਹੁਣ ਉਹ ਤੁਸੀਂ ਕਲੀਅਰ ਵੀ ਕਰਤੀ ਦੀ ਬਾਅਦ 'ਚ ਗੱਲ ਹੈ ਨਾ। ਹਾਂ, ਕਿਉਂਕਿ ਮੈਨੂੰ ਤੁਹਾਡੀ ਪਰਸਨੈਲਿਟੀ ਨਾਲ ਉਹ ਗੱਲ ਸੂਟ ਕਰਦੀ ਨਹੀਂ ਦਿਖੀ ਤੀ, ਇਸ ਕਰਕੇ ਮੈਂ ਤੁਹਾਨੂੰ ਕਿਹਾ। ਨਹੀਂ ਉਹਦਾ ਰੀਜ਼ਨ ਵੀ ਸਰ, ਮੈਂ ਉਸ ਗਰੁੱਪ 'ਚ ਤੁਸੀਂ ਸਾਹਮਣੇ ਦੇਖਿਆ, ਉਸ ਗਰੁੱਪ 'ਚ ਵਧੀਆ ਗੱਲਾਂ ਚੱਲ ਰਹੀਆਂ ਸੀਗੀਆਂ, ਮੈਂ ਫੁੱਲ ਪਾਰਟਿਸਿਪੇਸ਼ਨ ਮੈंने ਪੂਰੀ ਦਿੱਤਾ ਹੈ। ਪਰ ਜਿੱਥੇ ਉਸ ਬੰਦੇ ਨੇ ਉਹ ਇਹਨਾਂ ਦੇ ਇਨਫੈਕਟ ਇਹਨਾਂ ਦੇ ਆਫਿਸ 'ਚ ਬੈਠ ਕੇ ਇਹਨਾਂ ਦੇ ਸਾਹਮਣੇ ਫੋਨ ਆਇਆ ਸੀਗਾ, ਤਾਂ ਮੈਂ ਉਹਨੂੰ ਇਹੀ ਗੱਲ ਕਹੀ ਵੇ ਬੌਸ ਤੁਸੀਂ ਮੇਰੇ ਨਾਲ ਸਾਰੀ ਗੱਲ 1 to 1 ਕਰ ਲੈ ਯਾਰ, ਜੋ ਤੁਸੀਂ ਮੇਰੇ ਨਾਲ ਅੱਧਾ ਘੰਟਾ 2 ਘੰਟੇ ਗੱਲਾਂ ਕਰ। ਆਈ ਐਮ ਨਾਟ ਸੇਇੰਗ ਨੋ, ਬਟ ਉਸ ਗਰੁੱਪ 'ਚੋਂ ਕੱਢ ਦੇ। ਹਰ ਇੱਕ ਆਦਮੀ ਦਾ ਨਾ ਆਪਣਾ ਇੱਕ ਥਾਟ ਪ੍ਰੋਸੈਸ ਹੈ। ਬਿਲਕੁਲ ਹੈ। ਮੈਂ ਇਹ ਮਹਿਸੂਸ ਕਰਦਾ ਇੱਕ ਆਦਮੀ ਅਗਰ ਇਮੈਚੁਰ ਬਿਹੇਵੀਅਰ ਆਪਣਾ ਦਿਖਾ ਰਿਹਾ ਹੈ ਤਾਂ ਜਿਹੜਾ ਮੈਚੁਰ ਆਦਮੀ ਹੈ ਉਹਨੂੰ ਤਾਂ ਮੈਚੁਰ ਹੀ ਰਹਿਣਾ ਚਾਹੀਦਾ। ਮੈਂ ਅੱਜ ਵੀ ਇਹ ਕਹਿੰਦਾ ਸਰ, ਮੈਂ ਨਾਮ ਕਿਉਂਕਿ ਉਸ ਆਦਮੀ ਦੀ ਮਤਲਬ ਅਗਰ ਮੈਂ ਗੱਲ ਕਰਾਂ ਮੈਚਿਓਰਿਟੀ ਲੈਵਲ ਔਰ ਤੁਹਾਡਾ ਮੈਚਿਓਰਿਟੀ ਲੈਵਲ, ਇਹਦੇ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਔਰ ਦੂਸਰਾ ਫਿਰ ਤੁਹਾਡੀ ਪੋਜੀਸ਼ਨ ਦਾ ਬਹੁਤ ਫਰਕ ਹੈ ਸਰ। ਇਸੇ ਲਈ ਮੈਂ ਆਪਣਾ ਗਰੁੱਪ ਤਾਂ ਮੇਨਟੇਨ ਰੱਖਿਆ ਹੈ ਨਾ, ਉਹਦੇ ਵਿੱਚੋਂ ਨਹੀਂ ਮੈਂ ਐਗਜ਼ਿਟ ਕੀਤਾ ਹੈ, ਮੈਂ ਉਹਦੇ ਗਰੁੱਪ 'ਚੋਂ ਨਿਕਲ ਗਿਆ ਬਿਕੋਜ਼ ਉੱਥੇ ਚਲੋ ਕੋਈ ਗੱਲ ਨਹੀਂ, ਮੈਨੂੰ ਤਾਂ ਇਹ ਵੀ ਨਹੀਂ ਪਤਾ ਤਾਂ ਉਹਨੇ ਗਰੁੱਪ ਬਣਾਇਆ, ਉਹਨੇ ਬਣਾਇਆ। ਉਸੇ ਦਿਨ ਤੁਸੀਂ ਦੱਸੀ ਸਾਰੀ ਗੱਲ। ਮੈਂ ਸਾਰੀ ਗੱਲ ਸਰ ਮੈਂ ਸਾਰਿਆਂ ਦੇ ਸਾਹਮਣੇ ਹੁਣ ਇਹ ਗੱਲਾਂ ਦੱਸ ਨਹੀਂ ਸਕਦਾ, ਪਰ ਹਾਂ ਜਿੱਦਣ ਅਸੀਂ ਸਾਰੇ ਬੈਠੇ ਮੀਟਿੰਗ 'ਚ ਬੈਠੇ ਉਦੋਂ ਸਾਰਿਆਂ 'ਚ ਮੈਂ ਇਹ ਗੱਲਾਂ ਕਲੀਅਰ ਕਰਤੀਆਂ। ਰਾਣਾ ਜੀ ਹੁਣ ਜਿਹੜੀ ਮੇਨ ਗੱਲ ਹੈ ਨਾ ਜੀ ਆਪਣੇ ਦਿਮਾਗ 'ਚ ਹੈ ਜੋ ਪਲੀਜ਼, ਮੈਂ ਤਾਂ ਇਹ ਚਾਹੁੰਦਾ ਕਿ ਵੀ ਹੁਣ ਆਪਾਂ ਇਹ ਕਹਿ ਲਓ ਵੀ ਜਰਵਾ ਇਨਕਲੂਡ ਅਸੀਂ ਸਾਰੇ ਵਿੱਚ ਹੀ ਹਾਂ, ਠੀਕ ਹੈ ਜੀ, ਔਰ ਬਿਲਡਰ ਉਹਦੇ ਵਿੱਚ ਇੱਕ ਕਨਫਲਿਕਟ ਪੈਦਾ ਹੋ। ਇਹ ਹੁਣ ਕੋਈ ਮੰਨੇ ਨਾ ਮੰਨੇ ਹੋ ਤਾਂ ਗਿਆ, ਇੱਕ ਦੂਸਰੇ ਦੇ ਉੱਪਰ ਡਾਊਟਸ ਹੋ ਗਏ। ਕੁਝ ਬੰਦਿਆਂ ਨੂੰ ਬੰਸਲ ਸਾਹਿਬ ਵਿਸ਼ਵਾਸ ਕਰਦੇ, ਕੁਝ ਬੰਦਿਆਂ ਨੂੰ ਵਿਸ਼ਵਾਸ ਨਹੀਂ ਕਰਦੇ। ਆਪਣੇ ਚੋਂ ਕੁਝ ਬੰਦੇ ਬੰਸਲ ਸਾਹਿਬ ਪਰ ਵਿਸ਼ਵਾਸ ਕਰਦੇ, ਕੁਝ ਬੰਦੇ ਵਿਸ਼ਵਾਸ ਨਹੀਂ ਕਰਦੇ। ਇਹ ਤਾਂ ਪੈਦਾ ਹੋ ਹੀ ਗਿਆ। ਇਹਦਾ ਸੋਲੂਸ਼ਨ ਕੀ ਹੋਵੇਗਾ? ਇਹਦਾ ਸੋਲੂਸ਼ਨ ਕੀ ਹੈ ਕਿ ਕੋਈ ਨਵੀਂ ਬੋਡੀ ਬਣੇ ਔਰ ਜਿਹੜੀ ਇਹਨੂੰ ਸક્ષਮ ਹੋ ਕੇ ਸੰਭਾਲ ਲਵੇ। ਤੁਸੀਂ ਉਸ ਦਿਨ ਵੀ ਗੱਲ ਕਹੀ ਸੀ, ਲੇਕਿਨ ਉਹਨੂੰ ਪ੍ਰੋਪਰਲੀ ਹੈਂਡਓਵਰ ਕਰਿਆ ਜਾਵੇ। ਬਹੁਤ ਸਹੀ। ਉਸ ਬੋਡੀ ਨੂੰ ਸਹੀ ਤਰੀਕੇ ਨਾਲ ਸਿਸਟਮੈਟਿਕ ਹੈਂਡਓਵਰ, ਐ ਨਹੀਂ ਨਾ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਾਨੂੰ ਸੰਭਾਲਣੇ 'ਚ ਕੋਈ ਦਿੱਕਤ ਨਹੀਂ, ਇਹ ਕਿਆ ਤਰੀਕਾ ਹੋਇਆ ਵੀ ਮੈਂ ਛੱਡਤੀ ਤੁਸੀਂ ਸੰਭਾਲ ਲਓ। ਨਹੀਂ ਦਿੱਤਾ ਹੀ ਨਹੀਂ, ਹਾਂ ਤਰੀਕਾ ਨਹੀਂ ਨਾ ਹੋਇਆ, ਤਰੀਕਾ ਹੀ ਨਹੀਂ। ਲੇਕਿਨ ਹੁਣ ਤਾਂ ਤਰੀਕਾ ਬਣ ਰਿਹਾ। ਹੁਣ ਤਰੀਕਾ ਕੀ ਬਣ ਰਿਹਾ ਹੈ? ਇਹ ਇੱਕ ਇੰਟਰਮ ਕਮੇਟੀ ਬਣ ਗਈ 9 ਮੈਂਬਰਸ ਦੀ, ਠੀਕ ਹੈ, ਜਿਹਦੇ 'ਚ 9 ਮੈਂਬਰ ਕੌਣ ਹੈ ਤੁਹਾਡੇ ਨੋਟਿਸ 'ਚ। ਇਹਨਾਂ 9 ਮੈਂਬਰਸ ਦੀ ਰੋਲ ਸਿਰਫ ਇੰਨਾ ਕੀ ਹੈ, ਜਿੱਥੇ ਤੱਕ ਮੇਰੀ ਇਨਫੋਰਮੇਸ਼ਨ 10 ਹੈ ਸ਼ਾਇਦ 9 ਹੈ, ਬੰਸਲ ਸਾਹਿਬ ਵੀ ਹੈ ਨਾ, 10 ਹੈ ਸਰ, 10 ਹੋ ਗਏ। ਚਲੋ ਇਹ 10 ਬੰਦਿਆਂ ਦਾ ਰੋਲ ਸਿਰਫ ਇੰਨਾ ਹੈ 31 ਮਾਰਚ ਤੋਂ ਪਹਿਲਾਂ ਇਹ ਜਦ ਤੱਕ ਕਰੋਨਾ ਪੀਰੀਅਡ ਠੀਕ ਹੋ ਜਾਵੇ, ਇੱਕ ਇਲੈਕਸ਼ਨ ਕਰਾਇਆ ਜਾਵੇ ਸਾਰੇ ਲੋਕਾਂ ਨੂੰ ਇਨਵੋਲਵ ਕਰਕੇ। ਔਰ ਮੈਂ ਤਾਂ ਇਹਦੇ 'ਚ ਸਿਰਫ ਇਸ ਕਰਕੇ ਇਨਵੋਲਵ ਹੋਇਆ
ਕਿ ਅਗਲੇ 2-3 ਮਹੀਨਿਆਂ 'ਚ ਆਪਾਂ ਸਾਰੇ ਜਰਵਾ ਦੇ ਮੈਂਬਰਸ ਜਾਂ ਜਮਨਾ ਅਪਾਰਟਮੈਂਟ ਦੇ ਰੈਜ਼ੀਡੈਂਟਸ, ਜਮਨਾ ਅਪਾਰਟਮੈਂਟ ਕਹੋ, ਹਾਂ ਰੈਜ਼ੀਡੈਂਟਸ ਸਾਰੇ, ਹਾਂ ਜਰਵਾ 'ਚ ਤਾਂ ਹਲੇ ਸਾਰਿਆਂ ਦੀ ਮੈਂਬਰਸ਼ਿਪ ਸ਼ੋ ਹੋ ਸਕਦਾ ਨਾ ਹੋਵੇ, ਹਾਂ ਉਹ ਜਰਵਾ ਇੱਕ ਅਲੱਗ ਬੋਡੀ ਹੈ। ਜਮਨਾ ਅਪਾਰਟਮੈਂਟ ਦੇ ਸਾਰੇ ਮੈਂਬਰਸ ਉਹ ਸਾਰੇ ਇਕੱਠੇ ਹੋ ਜਾਵੇ ਔਰ ਇੱਕ ਪ੍ਰੋਪਰ ਇਲੈਕਸ਼ਨ ਕਰਾਇਆ ਜਾਵੇ, ਜਿਸ ਆਦਮੀ ਦੇ ਉੱਪਰ ਸਭ ਦਾ ਕੌਨਫੀਡੈਂਸ ਬਣੇ ਉਸ ਆਦਮੀ ਨੂੰ ਅੱਗੇ ਲੈ ਕੇ ਚੱਲਿਆ ਜਾਵੇ। ਲੇਕਿਨ 31 ਮਾਰਚ ਤੱਕ ਉਸ ਨੂੰ ਚਲਾਣੇ ਵਾਸਤੇ ਇੱਕ ਬ੍ਰਿਜ ਦਾ ਕੰਮ ਕਰੇ ਵੀ, ਕਿਉਂਕਿ ਹੁਣ ਬਿਨਾ ਕਮਿਊਨੀਕੇਸ਼ਨ ਤੋਂ, ਬਿਨਾ ਡਾਇਲੋਗ ਤੋਂ ਤਾਂ ਕੋਈ ਵੀ ਸੋਲੂਸ਼ਨ ਨਹੀਂ ਹੋਣਾ। ਅਗਰ ਬਾਂਸਲ ਸਾਹਿਬ ਇਸ ਟਾਈਮ ਬਲਪ੍ਰੀਤ ਜੀ ਤੇ ਥੋੜਾ ਜਿਹਾ ਵਿਸ਼ਵਾਸ ਕਰਨ ਲੱਗ ਗਏ ਔਰ ਉਹਨਾਂ ਨੇ ਇਹਨਾਂ ਨੂੰ ਵੀ ਪ੍ਰਮੋਟ ਕਰਤਾ, ਤਾਂ ਆਪਾਂ ਨੂੰ 31 ਮਾਰਚ ਤੱਕ ਬਲਪ੍ਰੀਤ ਜੀ ਨੂੰ ਰੱਖਣ 'ਚ ਕੀ ਦਿੱਕਤ ਹੈ? ਅਲਾਉਡ ਹੈ ਸਰ, ਕੋਈ ਪ੍ਰੋਬਲਮ ਨਹੀਂ। ਅਸੀਂ ਪੂਰਾ ਸਹਿਯੋਗ ਦੇ ਰਹੇ ਹਾਂ, ਬਸ ਇਹੀ ਚਾਹੁੰਦੇ ਅਸੀਂ ਤੁਹਾਨੂੰ। ਹੋਰ ਦੱਸੋ, ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਇਹ ਗੱਲਾਂ ਪਹਿਲਾਂ ਵੀ ਇਹ ਗੱਲ ਕਹੀ ਨਹੀਂ, ਮੈਨੂੰ ਪਤਾ ਸੀਗਾ, ਮੇਰੀ ਵੱਲੋਂ ਓਕੇ ਹੈ, ਡਨ ਹੈ ਸਰ। ਮੇਰੇ ਵੱਲੋਂ ਜਿੰਨਾ ਸਹਿਯੋਗ ਚਾਹੀਦਾ ਉਹ ਦੱਸੋ ਕੀ ਚਾਹੀਦਾ, ਬਸ ਜਰਵਾ ਨੂੰ ਛੱਡ ਕੇ। ਜਰਵਾ 'ਚ ਹੀ ਕਰਨਾ ਸਾਰਿਆਂ ਨੂੰ। ਸਰ ਜਰਵਾ ਦਾ ਜਿਹੜਾ ਅਕਾਊਂਟ ਹੈ ਉਹਨੂੰ ਨਾ ਛੇੜਿਓ, ਹਾਂ ਉਹਨੂੰ ਨਹੀਂ ਛੇੜਦੇ, ਉਹ ਪਾਪਰਾ ਐਕਟ 'ਚ ਤੁਸੀਂ ਆਪਣਾ ਅਲੱਗ ਬਣਾਓ, ਜੋ ਕਰਨਾ ਚਾਹੁੰਦੇ। ਅਲੱਗ ਅਕਾਊਂਟ ਖੋਲ ਲੈਂਦੇ। ਮੇਰੀ ਉੱਥੇ ਇੱਕ ਆਬਜੈਕਸ਼ਨ ਹੋ ਰਿਹਾ, ਮੈਂ ਐਸਡੀਐਮ ਸਾਹਿਬ ਨੂੰ ਵੀ ਦੇ ਕੇ ਆਇਆ ਕਿ ਤੁਸੀਂ ਨਾਮ ਉਹ ਸਿਮਿਲਰ ਨਾ ਰੱਖੋ, ਕਿਉਂਕਿ ਜੇ ਦੋ ਨਾਮ ਹੋ ਜਾਂਦੇ ਨਾ ਬਹੁਤ ਬੜਾ ਕੌਨਫਲਿਕਟ ਆਉਂਦਾ ਹੈ। ਕੱਲ ਨੂੰ ਸਪੋਜ਼ ਕਰੋ ਜਰਵਾ ਦੇ ਨਾਮ ਦਾ ਕਰਨੀ ਕੀ ਹੈ ਉਹ ਜਰਵਾ ਸਰ ਭਾਜੀ ਇੱਕ ਕੁਐਸਚਨ ਨਾ ਪੁੱਛੋ ਭਾਜੀ, ਰੁਕੋ ਭਾਜੀ। ਇਸ ਟਾਈਮ ਤੁਸੀਂ ਐਸਡੀਐਮ ਸਾਹਿਬ ਕੋਲ ਗਏ ਆਪਣੀ ਐਸੋਸੀਏਸ਼ਨ ਰਜਿਸਟਰ ਕਰਵਾਉਣ, ਉਹ ਕਰਵਾਓ ਨਾ, ਪ੍ਰੋਪਰ ਪ੍ਰੋਸੀਜਰ ਨਾਲ ਕਰਵਾਓ, ਉਹਦੇ ਵਿੱਚ ਜਰਵਾ ਦਾ ਨਾਮ ਰਹੇ ਇਹ ਕੋਈ ਜ਼ਰੂਰੀ ਨਹੀਂ ਹੈ। ਜੇ ਮੈਂ ਈਵਨ ਤੁਹਾਡੇ ਨਾਲ ਵੀ ਆ ਜਾਂਦਾ ਹੈ ਨਾ, ਜੇ ਮੈਂ ਕਹੂੰਗਾ ਵੀ ਮੈਂ ਤੁਹਾਡੇ ਨਾਲ ਰਲ ਕੇ ਰਜਿਸਟਰ ਕਰਵਾ ਦਿੰਦਾ ਤਾਂ ਉਹ ਜਰਵਾ ਦਾ ਨਾਮ ਨਹੀਂ ਰਹੂਗਾ। ਉਹ ਜੋ ਮੈਂ ਸੁਜੈਸਟ ਕੀਤਾ ਹੈ, ਮੈਂ ਡਾਕੂਮੈਂਟ ਵੀ ਬਣਾਇਆ ਹੈ, ਉਹ ਜਮਨਾ ਅਪਾਰਟਮੈਂਟ ਓਨਰਸ ਐਸੋਸੀਏਸ਼ਨ ਰਹੇਗਾ। ਨਹੀਂ ਅਗਰ ਆਪਾਂ ਜਰਵਾ ਹੀ ਇਹ ਜਰਵਾ ਨੂੰ ਹੀ ਅੱਗੇ ਕੰਟੀਨਿਊ ਕਰਦੇ ਤੇ ਆਪਾਂ ਨੂੰ ਕੀ ਦਿੱਕਤ ਹੈ? ਨਹੀਂ ਫਿਲਹਾਲ, ਕਿਉਂਕਿ ਉਹ ਤਾਂ ਇੱਕ ਅਲੱਗ ਹੀ ਬੋਡੀ ਹੈ ਨਾ। ਮੈਂ ਕਹਿੰਦਾ ਜੀ ਜਦ ਤੱਕ ਤੁਹਾਡਾ ਕੌਨਫੀਡੈਂਸ ਨਹੀਂ ਬਣਦਾ ਉਹਦੇ ਤੇ, ਤੁਸੀਂ ਉਹਦਾ ਅਕਾਊਂਟ ਵੀ ਨਾ ਛੇੜੋ, ਬਾਅਦ ਚ ਉਹੀ ਅਕਾਊਂਟ ਮਰਜ ਹੋ ਜਾਏਗਾ। ਉਹ ਤਾਂ ਜਦ ਹੀ ਜੇ ਨਵਾਂ ਇਲੈਕਸ਼ਨ ਹੋਣੇ ਤੋਂ ਬਾਅਦ ਤੁਹਾਨੂੰ ਲੱਗੇ ਕਿ ਹੁਣ ਸਹੀ ਲੋਕ ਆ ਗਏ ਔਰ ਵਿਸ਼ਵਾਸ ਦੇ ਲੋਕ ਆ ਗਏ, ਫਿਰ ਇਹਨੂੰ ਮਰਜ ਕਰ ਦਿਓ, ਨਹੀਂ ਤਾਂ ਇਹ ਚੱਲੀ ਜਾਂਦਾ। ਸਰ ਇੱਥੇ ਮੈਂ ਤਾਂ ਹੀ ਕਹਿ ਰਿਹਾ, ਨਾਮ ਉਹ ਨਾ ਰੱਖੋ। ਮੇਰੀ ਇਹ ਪਰਸਨਲ ਰਿਕੁਐਸਟ ਹੋਏਗੀ, ਦੇਖੋ ਜਿੱਦਾਂ ਤੁਸੀਂ ਮੈਨੂੰ ਕਹਿਣਾ ਹੈ, ਮੇਰਾ ਪੂਰਾ ਸਹਿਯੋਗ ਹੈ, ਪਰ ਨਾਮ ਅਲੱਗ ਰੱਖ ਲਓ। ਉਹਦੇ ਵਿੱਚ ਸਪੋਜ਼ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਹ ਜਰਵਾ ਮੇਰੇ ਕੋਲ ਹੈ ਤਾਂ ਉਹ ਸਾਰਾ ਟਾਈਮ ਮੇਰੇ ਕੋਲ ਹੀ ਰਹੇਗੀ, ਹੋ ਸਕਦਾ ਕੱਲ ਨੂੰ ਕਿਸੇ ਹੋਰ ਕੋਲ ਵੀ ਜਾਵੇ। ਤੁਸੀਂ ਦੋ ਨਾਮ ਉਸੇ ਸੇਮ ਅਕਾਊਂਟ ਤੋਂ ਚਲਾਓਗੇ, ਕੱਲ ਨੂੰ ਜਰਵਾ ਦਾ ਅਕਾਊਂਟ ਦੇ ਚੈੱਕ ਕੋਈ ਹੋਰ ਪਾ ਕੇ ਇਸ ਅਕਾਊਂਟ 'ਚ ਪਾ ਦੇਗਾ, ਤੁਸੀਂ ਉਹ ਫਾਈਟ 'ਚ ਲੱਗੇ ਰਹੋਗੇ। ਨਹੀਂ ਉਹ ਤਾਂ ਅਕਾਊਂਟ ਪਾਏਗਾ ਕਿਸ ਤਰ੍ਹਾਂ? ਉਹਦੇ ਤੇ ਸਾਈਨਿੰਗ ਅਥਾਰਟੀਜ਼ ਹੀ ਅਲੱਗ ਹੈ ਜੀ। ਤੁਸੀਂ ਸਮਝੇ ਨਹੀਂ ਸਰ। ਮੈਂ ਭਾਜੀ ਜੋ ਮੈਂ ਗੱਲ ਸਮਝਾ ਰਿਹਾ ਉਹ ਸਮਝ ਲਓ। ਮੈਂ ਬਹੁਤ ਮੈਂ ਡੈਪਥ ਵਾਲੀ ਗੱਲ ਦੱਸ ਰਿਹਾ। ਕੱਲ ਨੂੰ ਲੜਾਈ ਹੋਣ ਤੋਂ ਬਚਾਉਣ ਲੱਗਾ ਮੈਂ ਤੁਹਾਨੂੰ। ਇਹ ਤੁਸੀਂ ਇੰਨੇ ਸਾਰੇ ਸਮਝਦਾਰ ਬੰਦੇ ਹੈ, ਪਰ ਮੈਨੂੰ ਸਮਝ ਨਹੀਂ ਆਇਆ ਵਾਈ, ਮਤਲਬ ਇਹ ਪੁਆਇੰਟ ਤੁਹਾਡੇ ਦਿਮਾਗ 'ਚ ਕਿਉਂ ਨਹੀਂ ਆ ਰਿਹਾ? ਗੱਲ ਸੁਣੋ, ਜੇ ਦੇਖੋ ਇੱਧਰ ਇੱਕ ਨਵਾਂ ਅਕਾਊਂਟ ਖੁੱਲਦਾ ਹੈ ਜੀ, ਠੀਕ ਹੈ ਜੀ, ਉਹ ਅਕਾਊਂਟ ਦੇ ਜਿੰਨੇ ਪੈਸੇ ਆ ਤੁਸੀਂ ਜਿਨ੍ਹਾਂ ਦੇ ਵਾਪਸ ਕਰਕੇ ਬੰਦ ਕਰੋ ਅਕਾਊਂਟ, ਉਹ ਰੱਖ ਕੇ ਕਰਨਾ ਕੀ ਆਪਣਾ? ਉਹਦੇ 'ਚ ਕੀ ਰੋਲ ਆਪਣਾ ਜਰਵਾ ਦਾ? ਭਾਜੀ ਉਹਦੀ ਇੱਕ ਲੀਗਲ ਐਂਟੀਟੀ ਹੈ, ਉਹਨੇ ਕਈ ਕੰਮ ਕੀਤੇ ਹੈ, ਉਹਦਾ ਐਦਾਂ ਬੰਦ ਨਹੀਂ ਕਰ ਸਕਦੇ। ਉਹਦੇ ਲਈ ਸਾਨੂੰ ਵੀ ਪੂਰੀ ਜਿੰਨੇ ਵੀ ਸਾਡੇ ਮੈਂਬਰਸ ਹੈ ਉਹਨਾਂ ਸਾਰਿਆਂ ਸਾਹਮਣੇ ਇੱਕ ਮੀਟਿੰਗ ਕਾਲ ਕਰਨੀ ਪਏਗੀ। ਉਹਦੇ ਵਿੱਚ ਜਿੰਨਿਆਂ ਦੇ ਪੈਸੇ ਹੈ ਉਹ ਸਾਰਿਆਂ ਨੂੰ ਅਸੀਂ ਦੇਖੋ ਅੱਜ ਪਹਿਲੀ ਗੱਲ ਉਹਦੇ ਵਿੱਚ ਅਸੀਂ ਪੈਸੇ ਇਕੱਠੇ ਕੀਤੇ ਹੈ, ਨੋ ਡਾਊਟ, ਹਜ਼ਾਰ ਕਈਆਂ ਨੇ ਦਿੱਤੇ, ਤੁਹਾਡੇ ਵੀ ਹੈ। ਅਸੀਂ ਉਹਨੂੰ ਐਦਾਂ ਮਿਸਯੂਟੀਲਾਈਜ਼ ਨਹੀਂ ਕਰ ਸਕਦੇ। ਅੱਜ ਤਾਈਂ 1 ਰੁਪਈਆ ਨਹੀਂ ਕੱਢਿਆ ਉਹਦੇ ਵਿੱਚੋਂ। ਠੀਕ ਹੈ, ਉਹਦੇ ਵਿੱਚ ਇਸ ਤਰ੍ਹਾਂ ਕਿ ਜਿਹੜੀ ਤੁਹਾਡੇ ਆਪਣੇ ਮੈਂਬਰਸ ਉਹ ਹੈਗੇ ਆਪਣਾ ਗਵਰਨਿੰਗ ਬੋਡੀ ਦੇ ਮੈਂਬਰਸ ਆ, ਉਹਨਾਂ ਦਾ ਇੱਕ ਰੈਜ਼ੋਲੂਸ਼ਨ ਪਾ ਕੇ ਦੇਈਏ, ਉਹਨਾਂ ਦੇ ਪੈਸੇ ਚੈੱਕ ਬਣਾ ਕੇ ਵਾਪਸ ਕਰ ਦਿਓ। ਉਹ ਭਾਜੀ ਉਹ ਅਸੀਂ ਦੇਖਾਂਗੇ ਨਾ, ਉਹ ਤਾਂ ਬਾਅਦ ਚੋਂ ਦੇਖਦੇ ਹਾਂ ਕਦ ਕੀ ਕਰਨਾ। ਦੇਖਣਾ ਜੀ ਤੁਸੀਂ ਕਿਉਂ ਦੇਖੋਗੇ? ਆਪਾਂ ਮਿਲ ਕੇ ਹੀ ਦੇਖਣਾ ਉਹਨੂੰ। ਤੁਸੀਂ ਅਲੱਗ ਹੋ ਜਾਂਦਾ 1 ਮਿੰਟ 'ਚ। ਹੁਣ ਤੁਸੀਂ ਕਹਿ ਰਹੇ ਆਪਾਂ ਇਕੱਠੇ ਆ, ਹੁਣ ਤੁਸੀਂ ਕਹਿੰਦੇ ਅਸੀਂ ਦੇਖੂਗੇ। ਤੁਸੀਂ ਜਿਹੜੀ ਨਵੀਂ ਫਾਰਮ ਕਰ ਰਹੇ ਆ ਸਰ, ਉਹਦੇ ਲਈ ਮੈਂ ਤੁਹਾਡੇ ਨਾਲ ਹਾਂ। ਉਸ ਪੁਰਾਣੇ ਆੜੀ ਨੂੰ ਜੀ ਪਤਾ ਚੱਕਰ ਕਿਆ ਹੈ, ਤੁਸੀਂ ਫੇਰ ਮੈਂ ਤੁਹਾਨੂੰ ਦੱਸਾਂ ਇੱਕ ਰਿਕੁਐਸਟ ਹੈ ਮੇਰੀ, ਤੁਸੀਂ ਮੇਰੇ ਤੋਂ ਸ਼ਾਇਦ ਉਮਰ 'ਚ ਬੜੇ ਹੀ ਹੋਵੋਗੇ, ਮੈਨੂੰ ਜਿੰਨਾ ਕਿ ਤਜਰਬਾ ਹੈ, ਇਹ ਜਿਹੜੇ ਲੀਗਲ ਪ੍ਰੋਬਲਮਸ ਹੈ ਨਾ ਜੀ, ਇਹ ਤਾਂ ਜ਼ਿੰਦਗੀ ਭਰ ਚੱਲੀ ਜਾਂਦੀਆਂ। ਜਿਹੜੇ ਮਨਾਂ ਦੇ ਫਰਕ ਹੈ ਨਾ ਜੀ, ਨਹੀਂ ਕੋਈ ਮਨਾਂ ਦੇ ਫਰਕ ਨਹੀਂ, ਇਹ ਫਰਕ ਹੈ ਸਰ। ਇਹ ਫਿਰ ਅਗਰ ਜਾਂ ਤਾਂ ਤੁਹਾਡਾ ਫੇਥ ਨਹੀਂ, ਦੇਖੋ ਪ੍ਰੋਬਲਮ ਕਿਆ ਹੈ, ਇਹਦੇ ਨਾਲ ਹੋਏਗਾ ਕਿਆ ਅਗਰ ਤੁਸੀਂ ਸਹਿਯੋਗ ਨਹੀਂ ਕਰੋਗੇ? ਦੇਖੋ ਹੋਏਗਾ ਮੈਨੂੰ ਜੋ ਦਿਖ ਰਿਹਾ, ਜਿਹੜੇ 5-4 ਆਦਮੀ, ਕਿਉਂਕਿ ਜੋ ਤੁਹਾਡੀ ਪੋਜੀਸ਼ਨ ਹੈ ਉਹੀ ਉਹਨਾਂ ਦੀ ਹੈ, ਜਿੰਨੇ ਵੀ ਇੱਥੇ ਦੇ ਓਨਰਸ ਹੈ, ਮੈਂ ਤਾਂ ਆਪਣੀ ਜਾਣਦਾ, ਮੇਰੇ ਕੋਲ 1 ਮਿੰਟ ਦਾ ਟਾਈਮ ਨਹੀਂ ਆਪਣੇ ਕੰਮ ਤੋਂ ਇਲਾਵਾ। ਆਪਾਂ ਅਗਰ ਇਨੀਸ਼ੀਏਟਿਵ ਲੈ ਕੇ ਇਹਨੂੰ ਇਕੱਠਾ ਕਰਨ ਲੱਗੇ ਆ ਵੀ ਕੋਈ ਕਿਸੇ ਤਰ੍ਹਾਂ ਕਰਨਾ ਹੈ, ਸੁਣ ਤਾਂ ਲਓ ਮੇਰੀ ਗੱਲ, ਇੱਕ ਵਾਰ ਇਕੱਠੇ ਹੋ ਕੇ ਤੁਰ ਪਈਏ ਅਗਰ ਆਪਾਂ। ਲੇਕਿਨ ਜੇ ਮੰਨ ਲਓ ਆਬਜੈਕਸ਼ਨਸ ਆਉਣ ਲੱਗ ਗਈਆਂ ਤਾਂ ਮੇਰੇ ਵਰਗੇ ਨੂੰ ਕਿਆ ਲੱਗੇਗਾ? ਆਸਾਨੀ ਨਾਲ ਤੁਹਾਡੇ ਨਾਲ ਵੀ ਹੋਇਆ ਹੀ ਹੈ, ਤੁਸੀਂ 5-7 ਸਾਲ ਤੋਂ ਜ਼ੋਰ ਲਾ ਰਹੇ, ਲੇਕਿਨ ਹਰ ਮੈਂਬਰ ਕਿਆ ਕਹਿੰਦਾ, ਮੇਰਾ ਰੈਜ਼ਿਗਨੇਸ਼ਨ ਲੈ ਲਓ, ਮੇਰੇ ਤੋਂ ਤਾਂ ਹੁੰਦਾ ਨਹੀਂ, ਮੈਂ ਕਿਸੇ ਦੀ ਸੁਣ ਨਹੀਂ ਸਕਦਾ, ਮੈਂ ਇਹ ਨਹੀਂ। ਹਰ ਬੰਦਾ ਤੁਹਾਨੂੰ ਤੀਸਰੇ ਦਿਨ ਕਹਿ ਦਿੰਦਾ। ਕੋਈ ਇੱਕ ਆਦਮੀ ਹੱਡੀ ਵਾਲਾ ਖੜਾ ਰਹਿੰਦਾ। ਹੁਣ ਇਹ ਬਲਪ੍ਰੀਤ ਜੀ ਵੀ ਕਿੰਨੀ ਦੇਰ ਤੱਕ ਹੱਡੀ ਵਾਲੇ ਖੜੇ ਰਹੋਗੇ? ਅਗਲੇ ਦਿਨ ਮੈਂ ਵਿਡਰਾਅ ਕਰ ਜੂੰਗਾ, ਉਸ ਤੋਂ ਅਗਲੇ ਦਿਨ ਦੂਸਰਾ ਕਰ ਜੂੰਗਾ, ਸਿਚੁਏਸ਼ਨ ਫੇਰ ਉੱਥੇ ਹੀ ਪਹੁੰਚ ਜਾਣੀ ਹੈ ਜਿਹੜੀ 15 ਦਿਨ ਪਹਿਲਾਂ ਸੀ।
ਔਰ ਜਿਹੜਾ ਅੱਜ ਬ੍ਰਿਜ ਬਣ ਰਿਹਾ ਹੈ ਇੱਕ ਕਮਿਊਨੀਕੇਸ਼ਨ ਵਾਸਤੇ, ਕਿਉਂਕਿ ਬਿਨਾ ਡਾਇਲੋਗ ਤੋਂ ਬਿਨਾ ਕਮਿਊਨੀਕੇਸ਼ਨ ਤੋਂ ਤਾਂ ਕੋਈ ਚੀਜ਼ ਸੋਲਵ ਹੀ ਨਹੀਂ ਹੋ ਸਕਦੀ। ਸਰ ਡਾਇਲੋਗ ਕਰੋ ਨਾ ਤਾਂ ਫਿਰ ਉਹਦੇ ਵਿੱਚ ਸਾਡੀਆਂ ਵੀ ਮੰਨੋ। ਫਿਰ ਤੁਹਾਡੀ ਮੰਨ ਤਾਂ ਰਹੇ ਹੋ, ਤੁਹਾਡੇ ਕੋਲ ਆਏ ਕਾਦੇ ਵਾਸਤੇ ਤੁਸੀਂ ਦੱਸੋ ਮੈਨੂੰ। ਤੁਸੀਂ ਆਪਣੀ ਮਨਾਣ ਆਏ ਮੈਂ ਤੁਹਾਡੀ ਮੰਨ ਲਈ। ਐਸੀ ਕੋਈ ਤੁਹਾਡੀ ਸੁਣਨਾ ਹੈ, ਤੁਸੀਂ ਸੁਣਾਓ, ਤੁਸੀਂ ਮਨਾਓ ਆਪਣੀ। ਮੈਂ ਦੱਸਾਂ 1852 ਲਓ